ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਚੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਆਫਿਸ ਮੈਨੇਜਮੈਂਟ ਕਰ ਰਹੇ ਸੀ, ਠੀਕ ਹੈ। ਐਂਡ ਆਫਿਸ ਮੈਨੇਜਮੈਂਟ ਦੇ ਵਿੱਚ ਆਪਾਂ ਫਸਟ ਆਫ ਆਲ ਕੀ ਕਰਾਂਗੇ ਅੱਜ, ਪਹਿਲਾਂ ਮੀਨਿੰਗ ਕੀਤਾ ਸੀ ਆਫਿਸ ਮੈਨੇਜਮੈਂਟ ਦਾ, ਐਂਡ ਨਾਊ ਵੀ ਵਿਲ ਡੂ ਵਟ ਆਰ ਦਾ ਸਕੋਪ ਆਫ ਆਫਿਸ ਮੈਨੇਜਮੈਂਟ। ਬੱਚਾ ਸਕੋਪ ਦਾ ਮਤਲਬ ਹੁੰਦਾ ਹੈ ਕਿ ਦੇਖੋ ਕਿ ਆਫਿਸ ਮੈਨੇਜਮੈਂਟ ਦੇ ਅੰਦਰ ਆਪਾਂ ਹੋਰ ਕਿਹੜੀਆਂ ਚੀਜ਼ਾਂ ਨੂੰ ਡਿਸਕਸ ਕਰ ਸਕਦੇ ਹਾਂ, ਹੋਰ ਕਿਹੜੀ ਚੀਜ਼ਾਂ ਆਪਾਂ ਕਰ ਸਕਦੇ ਹਾਂ, ਠੀਕ ਹੈ। ਕਿ ਕਿੰਨਾ ਕੁ ਵੱਧ ਸਕਦਾ, ਸਕੋਪ ਦਾ ਮਤਲਬ ਇਹ ਹੁੰਦਾ ਨਾ ਕਿ ਆਫਿਸ ਮੈਨੇਜਮੈਂਟ ਕਿੰਨਾ ਕੁ ਹੋਰ ਖਿਲਰ ਸਕਦਾ, ਜਿਹਨੂੰ ਆਪਾਂ ਕਹਿ ਦਿੰਦੇ ਕਿ ਹੋਰ ਵਾਈਡ ਕਿੰਨਾ ਕੁ ਹੋ ਸਕਦਾ, ਠੀਕ ਹੈ। ਸੋ ਕਹਿੰਦਾ ਆਫਿਸ ਮੈਨੇਜਮੈਂਟ ਦੇ ਫਸਟ ਆਫ ਆਲ ਆਪਾਂ ਆਫਿਸ ਮੈਨੇਜਮੈਂਟ ਦੇ ਵਿੱਚ ਆਫਿਸ ਮੈਨੇਜਮੈਂਟ ਦੇ ਵਿੱਚ ਫਸਟ ਆਫ ਆਲ ਥਿੰਗ ਆਪਾਂ ਨੂੰ ਕੀ ਕਰਨਾ ਪੈਂਦਾ ਵਾ, ਇੱਕ ਉਹ ਵੀ ਡਿਪਾਰਟਮੈਂਟ ਹੁੰਦਾ ਜਿਹਦੇ ਵਿੱਚ ਆਪਾਂ ਕੀ ਕਰਦੇ, ਆਫਿਸ ਨੂੰ ਕੰਟਰੋਲ ਕਰਦੇ ਹਾਂ, ਠੀਕ ਹੈ। ਸੋ ਆਫਿਸ ਨੂੰ ਕੰਟਰੋਲ ਲਈ ਫਸਟ ਆਫ ਆਲ ਤੁਹਾਨੂੰ ਕੰਟਰੋਲ ਦਾ ਮੀਨਿੰਗ ਪਹਿਲਾਂ ਪਤਾ, ਇਸ ਕੰਟਰੋਲ ਦਾ ਮਤਲਬ ਹੁੰਦਾ ਕਿ ਇਵੈਲੂਏਟਿੰਗ ਕਰਨਾ, ਕਿ ਪਹਿਲਾਂ ਮੇਅਰ ਕਰਨਾ ਕਿ ਐਕਚੁਅਲ ਪਰਫੋਰਮੈਂਸ ਕੀ ਆ, ਠੀਕ ਹੈ। ਕੰਟਰੋਲ ਦੇ ਵਿੱਚ ਤੁਸੀਂ ਇਹ ਪਹਿਲਾਂ ਵੇਖਦੇ ਹੋ ਕਿ ਤੁਸੀਂ ਸਟੈਂਡਰਡ ਤੁਸੀਂ ਕੀ ਬਣਾਇਆ, ਤੁਹਾਡੀ ਸਟੈਂਡਰਡ ਕੀ ਸੀ 100 ਯੂਨਿਟਸ ਬਣਾਉਣਾ, ਬਟ ਐਕਚੁਅਲ ਕਿੰਨੇ ਬਣੇ 80 ਬਣੇ। ਕੰਪੇਅਰ ਕੀਤਾ ਐਕਚੁਅਲ ਨੂੰ ਕਾਹਦੇ ਨਾਲ ਕੰਪੇਅਰ ਕੀਤਾ, ਸਟੈਂਡਰਡ ਦੇ ਨਾਲ, ਠੀਕ ਹੈ। ਅਤੇ ਫਿਰ ਉਹਦੇ ਵਿੱਚ ਕੀ ਤੁਸੀਂ ਦੇਖਿਆ ਕਿ 80 ਤੁਸੀਂ ਸੋਚਿਆ ਸੀ ਬਟ ਬਣੇ ਕਿੰਨੇ ਆ, 100 ਸੋਚੇ ਸੀ ਬਣਨੇ ਨੂੰ ਬਟ ਬਣੇ ਕਿੰਨੇ ਆ 80। ਦੈਟ ਮੀਨਸ ਵੀ ਇਜ਼ ਦਾ ਡਿਫਰੈਂਸ ਦਾ ਮਤਲਬ ਇਹ ਹੋਇਆ ਕਿ ਵੀ ਕੀ ਆ, ਉਹ ਡਿਫਰੈਂਸ ਆ ਅਤੇ ਉਹ ਤੁਸੀਂ ਅਗਲੀ ਵਾਰੀ ਉਹਦੇ ਉੱਤੇ ਕਰੈਕਟਿਵ ਐਕਸ਼ਨਸ ਲੈਣੇ ਆ ਤਾਂ ਜੋ ਤੁਸੀਂ ਫਿਊਚਰ ਦੀਆਂ ਪਰਫੋਰਮੈਂਸ ਨੂੰ ਕੀ ਕਰ ਸਕੋ, ਆਪਣੀ ਬੈਟਰ ਕਰ ਸਕੋ, ਠੀਕ ਹੈ। ਹੁਣ ਕਹਿੰਦੇ ਆ ਨੈਕਸਟ ਇਜ਼ ਆਫਿਸ ਮੈਨੇਜਮੈਂਟ ਦੇ ਵਿੱਚ ਤੁਸੀਂ ਰਿਕਾਰਡ ਮੈਨੇਜਮੈਂਟ ਦਾ ਵੀ ਇੱਕ ਸਕੋਪ ਆ, ਰਿਕਾਰਡ ਮੈਨੇਜਮੈਂਟ ਵੀ ਤੁਸੀਂ ਉਹਦੇ ਵਿੱਚ ਕਰ ਸਕਦੇ ਜੋ। ਕਿੱਦਾਂ ਰਿਕਾਰਡ ਮੈਨੇਜਮੈਂਟ ਇਜ਼ ਕੰਸਰਨਡ ਵਿਦ ਸਾਇੰਟੀਫਿਕ ਫਾਈਲਿੰਗ ਆਫ ਡਿਫਰੈਂਟ ਰਿਕਾਰਡਸ। ਕਿ ਰਿਕਾਰਡ ਮੈਨੇਜਮੈਂਟ ਦੇ ਵਿੱਚ ਤੁਸੀਂ ਕੀ ਕਰਦੇ ਜੋ, ਫਾਈਲਸ ਨੂੰ ਕੀ ਕਰਦੇ ਜੋ, ਲੈਟਰਸ ਨੂੰ ਰਿਕਾਰਡ ਕਰਦੇ, ਸਰਕੂਲਰਸ, ਨੋਟਿਸ, ਵਾਊਚਰਸ ਨੂੰ, ਸਾਰੀ ਇੱਕ ਚੀਜ਼ ਨੂੰ ਕਰਦੇ ਜੋ, ਲਿਖਦੇ ਜੋ। ਪ੍ਰੋਵਾਈਡਿੰਗ ਦ ਰਿਕਾਰਡ ਐਜ਼ ਵੈਨ ਐਂਡ ਦ ਨੀਡ ਰਾਈਜ਼ਿਜ਼ ਐਜ਼ ਅ ਡਿਸਪੋਜ਼ਲ ਵੈਨ ਦੇ ਆਰ ਨੋਟ ਲੋਂਗਰ ਨੀਡਡ। ਐਂਡ ਕਹਿੰਦੇ ਆ ਕਿ ਜਦੋਂ ਤੁਹਾਨੂੰ ਲੈਟਰਸ ਦੀ ਜਾਂ ਕਿਸੇ ਨੂੰ ਵੀ ਜ਼ਰੂਰਤ ਹੁੰਦੀ ਆਫਿਸ ਦੇ ਵਿੱਚ, ਅਤੇ ਤੁਸੀਂ ਰਿਕਾਰਡ ਮੈਨੇਜਮੈਂਟ ਜਿਹੜਾ ਵਾ ਉਹ ਰਿਕਾਰਡ ਕਰਕੇ ਅਤੇ ਜਦੋਂ ਲੋੜ ਆ ਉਹ ਪ੍ਰੋਵਾਈਡ ਕਰ ਦਿਓ ਆਫਿਸ ਨੂੰ। ਐਂਡ ਆਫਿਸ ਬਾਅਦ 'ਚੋਂ ਜੇ ਉਹਨਾਂ ਦੀ ਨਹੀਂ ਲੋੜ ਤਾਂ ਉਹਨਾਂ ਨੂੰ ਬਾਅਦ 'ਚੋਂ ਕੀ ਕਰ ਦਿੰਦਾ, ਉਹਨਾਂ ਦੀ ਡਿਸਪੋਜ਼ਲ ਕਰਦਾ। ਡਿਸਪੋਜ਼ਲ ਮਤਲਬ ਉਹਨਾਂ ਨੂੰ ਨਸ਼ਟ ਕਰ ਦਿੰਦਾ, ਠੀਕ ਹੈ। ਹੁਣ ਕਹਿੰਦਾ ਆਫਿਸ ਮੈਨੇਜਮੈਂਟ ਦੇ ਵਿੱਚ ਇੱਕ ਹੋਰ ਚੀਜ਼ ਆ ਕਿ ਇੱਕ ਹੋਰ ਡਿਪਾਰਟਮੈਂਟ ਹੋ ਸਕਦਾ ਵਾ ਜਿਹੜਾ ਕਿਹੜਾ ਵਾ, ਆਫਿਸ ਕਮਿਊਨੀਕੇਸ਼ਨ ਐਂਡ ਕੋਰਸਪੋਂਡੈਂਸ, ਠੀਕ ਹੈ। ਆਫਿਸ ਕਮਿਊਨੀਕੇਸ਼ਨ ਇਜ਼ ਕੰਸਰਨਡ ਵਿਦ ਫ੍ਰੀ ਫਲੋ ਆਫ ਇਨਫੋਰਮੇਸ਼ਨ ਬੋਥ ਰਿਟਨ ਐਜ਼ ਵੈਲ ਐਜ਼ ਔਰਲ ਅਕਰੋਸ ਲੈਂਥ ਐਂਡ ਬ੍ਰੈਥ ਆਫ ਦ ਆਰਗੇਨਾਈਜੇਸ਼ਨ ਐਂਡ ਆਲਸੋ ਵਿਦ ਐਕਸਟਰਾ ਆਰਗੇਨਾਈਜੇਸ਼ਨਲ ਅਜੈਂਸੀਜ਼, ਠੀਕ ਹੈ। ਕਹਿੰਦਾ ਵਾ ਕਿ ਇਹਦੇ ਵਿੱਚ ਕੀ ਹੋਇਆ ਕਿ ਕਹਿੰਦਾ ਕਿ ਤੁਸੀਂ ਇਨਫੋਰਮੇਸ਼ਨ ਆ ਜਿਹੜੀ ਆਫਿਸ ਦੀ ਜਾਂ ਕੋਈ ਵੀ ਕਮਿਊਨੀਕੇਸ਼ਨ ਉਹ ਤੁਸੀਂ ਕੀ ਕਰ ਸਕਦੇ ਜੋ ਆਫਿਸ ਦੀ, ਉਹ ਤੁਸੀਂ ਹਰ ਇੱਕ ਕਿਸੇ ਵੀ ਡਿਪਾਰਟਮੈਂਟ ਦੀ ਔਰਲ ਆ ਜਾਂ ਰਿਟਨ ਇਨਫੋਰਮੇਸ਼ਨ ਹਰ ਇੱਕ ਡਿਪਾਰਟਮੈਂਟ ਨੂੰ ਤੁਸੀਂ ਭੇਜਣੀ ਹੁੰਦੀ, ਉਹ ਕਿਹਦੇ ਕੰਮ ਆ, ਆਫਿਸ ਮੈਨੇਜਮੈਂਟ ਦਾ, ਠੀਕ ਹੈ। ਸਮਝ ਆ ਰਹੀ ਹੈ ਮੇਰੀ। ਉਹ ਸਾਰਾ ਕੰਮ ਕਿਹਦਾ, ਕਹਿੰਦਾ ਕਿ ਤੁਸੀਂ ਫੈਕਸ ਰਾਹੀਂ ਭੇਜ ਸਕਦੇ, ਈਮੇਲ ਰਾਹੀਂ ਭੇਜ ਸਕਦੇ, ਟੈਲੀਫੋਨ ਰਾਹੀਂ ਭੇਜ ਸਕਦੇ ਜੋ, ਜਾਂ ਉਹਨਾਂ ਦੀ ਜ਼ੈਰੋਕਸ ਕਾਪੀ ਕਰਕੇ ਵੀ ਭੇਜ ਸਕਦੇ ਹੋ ਜੋ ਹਰ ਇੱਕ ਡਿਪਾਰਟਮੈਂਟ ਨੂੰ, ਠੀਕ ਹੈ। ਆਫਿਸ ਆਰਗੇਨਾਈਜੇਸ਼ਨ ਕਹਿੰਦੇ ਆਫਿਸ ਮੈਨੇਜਮੈਂਟ ਦੇ ਵਿੱਚ ਇੱਕ ਹੋਰ ਇੱਕ ਡਿਪਾਰਟਮੈਂਟ ਆ ਜਿਹਨੂੰ ਆਪਾਂ ਕੀ ਕਹਿੰਦੇ ਆਫਿਸ ਆਰਗੇਨਾਈਜੇਸ਼ਨ। ਉਹਦੇ ਵਿੱਚ ਕੀ ਹੁੰਦਾ ਵਾ ਕਿ ਡਿਸਾਈਡ ਕਰਦੇ ਆ ਕਿ ਕੀ ਕੰਮ ਕਰਨਾ ਵਾ, ਫਿਰ ਸੇਮ ਤਰ੍ਹਾਂ ਦੀਆਂ ਐਕਟੀਵਿਟੀਜ਼ ਨੂੰ ਗਰੁੱਪ ਕਰ ਦਿੰਦੇ ਆ। ਫਿਰ ਉਸ ਤੋਂ ਬਾਅਦ ਜਿੱਦਾਂ ਕੰਮ ਸੋਚਿਆ ਕਿ ਕਮਰਸ ਅਤੇ ਮੈਡੀਕਲ ਅਤੇ ਨਾਨ ਮੈਡੀਕਲ ਕਲਾਸ ਸ਼ੁਰੂ ਕਰਨੀ, ਫਿਰ ਗਰੁੱਪ ਕਰਤੇ ਕਮਰਸ ਵਾਲੇ ਸਟੂਡੈਂਟਸ ਇੱਕ ਕਲਾਸ 'ਚ ਕਰਤੇ, ਮੈਡੀਕਲ ਵਾਲੇ ਇੱਕ ਕਲਾਸ 'ਚ, ਨਾਨ ਮੈਡੀਕਲ ਵਾਲੇ ਇੱਕ ਕਲਾਸ 'ਚ, ਠੀਕ ਹੈ। ਫਿਰ ਉਹਨਾਂ ਨੂੰ ਸਟਾਫ ਦਿੱਤਾ, ਬੱਚਿਆਂ ਨੂੰ ਕੁਆਲੀਫਾਈਡ ਸਟਾਫ ਦਿੱਤਾ ਅਕੋਰਡਿੰਗ ਟੂ ਦਿਅਰ ਕੁਆਲੀਫਿਕੇਸ਼ਨ ਐਂਡ ਡੈਲੀਗੇਟ ਪ੍ਰਿੰਸੀਪਲ ਸਰ ਨੇ ਕੁਆਲਿਟੀਜ਼ ਜਿਹੜੀਆਂ ਕੋਈ ਵੀ ਕੰਮ ਉਹਨੂੰ ਕੀ ਕਰਤਾ, ਡੈਲੀਗੇਟ ਕਰਤਾ ਕਿ ਟੀਚਰਸ ਨੂੰ ਕਿ ਆਹ ਬੱਚਿਆਂ ਕੋਲ ਕੰਮ ਤੁਸੀਂ ਕਰਵਾਉਣਾ ਵਾ ਤਾਂ ਜੋ ਆਰਗੇਨਾਈਜੇਸ਼ਨ ਆਪਣੇ ਗੋਲਸ ਨੂੰ ਕੀ ਕਰ ਸਕੇ, ਅਚੀਵ ਕਰ ਸਕੇ। ਨੈਕਸਟ ਵਨ ਇਜ਼ ਦੈਟ ਆਫਿਸ ਫਰਨੀਚਰ ਐਂਡ ਇਕੁਇਪਮੈਂਟ। ਕਹਿੰਦੇ ਆ ਕਿ ਇੱਕ ਹੋਰ ਆਫਿਸ ਨੂੰ ਮੈਨੇਜ ਕਰਨ ਲਈ ਤੁਹਾਡੇ ਕੋਲ ਇੱਕ ਹੋਰ ਡਿਪਾਰਟਮੈਂਟ ਆ ਜਿਹਦੇ ਅੰਡਰ ਆਫਿਸ ਮੈਨੇਜਮੈਂਟ ਦੇ ਅੰਡਰ ਇੱਕ ਹੋਰ ਡਿਪਾਰਟਮੈਂਟ ਆ ਜਿਹੜਾ ਕਿ ਆਫਿਸ ਫਰਨੀਚਰ ਐਂਡ ਇਕੁਇਪਮੈਂਟ। ਇਹ ਉਹ ਵਾਲਾ ਡਿਪਾਰਟਮੈਂਟ ਆ ਜਿਹੜਾ ਇਹ ਦੇਖਦਾ ਵਾ ਕਿ ਆਫਿਸ ਦੇ ਵਿੱਚ ਫਰਨੀਚਰ ਐਪਰੋਪ੍ਰੀਏਟ ਹੈਗਾ ਵੀ, ਇਕੁਇਪਮੈਂਟਸ ਹੈਗੇ ਆ, ਇਹ ਤਾਂ ਨਹੀਂ ਹੈ ਕਿ ਸਟਾਫ ਵਿਦਾਊਟ ਫਰਨੀਚਰ ਤੋਂ ਹੀ ਬੈਠਾ, ਠੀਕ ਹੈ। Adequate and comfortable office furniture enables office peoples to carry out their duties smoothly and speedily without causing unnecessary strain and stress. Office equipment and furniture should be so placed in the office that it avoids unnecessary movement of office staff, ensures the effective supervision and improves overall efficiency of the firm. ਕਹਿੰਦੇ ਆ ਕਿ ਆਫਿਸ ਜਿਹੜਾ ਆਫਿਸ ਫਰਨੀਚਰ ਵਾਲਾ ਡਿਪਾਰਟਮੈਂਟ ਆ ਉਹਨਾਂ ਨੇ ਇਹ ਸਾਰਾ ਕੁਝ ਦੇਖਣਾ ਹੁੰਦਾ ਕਿ ਤਾਂ ਜੋ ਵਰਕਰਸ ਨੂੰ ਕੋਈ ਪ੍ਰੋਬਲਮ ਨਾ ਆਵੇ ਅਤੇ ਵਰਕਰਸ ਕੀ ਕਰ ਸਕਣ, ਆਪਣਾ ਕੰਮ ਜਿਹੜਾ ਵਾ smoothly ਕਰ ਸਕਣ, ਠੀਕ ਹੈ। ਆਫਿਸ ਸਿਸਟਮ ਐਂਡ ਪ੍ਰੋਸੀਜਰਸ। ਅ ਸਿਸਟਮ ਕੰਸਿਸਟ ਆਫ ਇੰਟਰਰਿਲੇਟਡ ਐਂਡ ਇੰਟਰਡਿਪੈਂਡੈਂਟ ਐਲੀਮੈਂਟਸ which function collectively to make it an effective system. Office system refers to different procedures and methods performed to achieve a series of goals. Office procedure is a network of clerical operations including several staff members in the different departments sections established to ensure uniformity in the recurring operations of the office. ਬੱਚੇ ਆਫਿਸ ਸਿਸਟਮ ਐਂਡ ਪ੍ਰੋਸੀਜਰਸ ਦਾ ਮਤਲਬ ਹੁੰਦਾ ਵਾ ਕਿ ਜਿੱਦਾਂ ਤੁਸੀਂ ਕੰਪਿਊਟਰਸ ਚਲਾਉਂਦੇ, ਕਹਿੰਦੇ ਕਿ ਆਫਿਸ ਦੇ ਵਿੱਚ ਤੁਹਾਨੂੰ 2-3 ਬੰਦੇ ਇੱਦਾਂ ਦੇ ਵੀ ਚਾਹੀਦੇ ਹੁੰਦੇ, ਇਹ ਵੀ ਸਕੋਪ ਆ ਕਿ ਕੰਪਿਊਟਰਸ ਵਾਲਿਆਂ ਦਾ ਵੀ ਸਕੋਪ ਆ
ਤਾਂ ਜੋ ਉਹ ਹਰ ਕੰਮ ਕੰਪਿਊਟਰ 'ਤੇ ਕਰ ਸਕਣ ਅਤੇ ਆਫਿਸ ਨੂੰ ਕੀ ਕਰ ਸਕਣ, ਇੰਟਰ ਰਿਲੇਟਡ ਕਰ ਸਕਣ ਵਿਦ ਅਦਰ ਡਿਪਾਰਟਮੈਂਟਸ, ਠੀਕ ਹੈ। ਨੈਕਸਟ ਵਨ ਇਜ਼ ਦੈਟ ਆਫਿਸ ਲੋਕੇਸ਼ਨ ਐਂਡ ਲੇਆਊਟ, ਕਹਿੰਦਾ ਕਿ ਐਫੀਸ਼ੀਐਂਸੀ ਐਂਡ ਇਫੈਕਟਿਵਨੈਸ ਆਫ ਦਾ ਆਫਿਸ ਆਪਰੇਸ਼ਨ ਟੂ ਅ ਲਾਰਜ ਐਕਸਟੈਂਟ ਡਿਪੈਂਡ ਔਨ ਵੇਅਰ ਇਟ ਇਜ਼ ਲੋਕੇਟਡ ਐਂਡ ਇਟਸ ਇੰਟਰਨਲ ਸੈਟਿੰਗ। ਆਫਿਸ ਸ਼ੁੱਡ ਬੀ ਲੋਕੇਟਡ ਐਟ ਪਲੇਸ ਵੇਅਰ ਇਟ ਇਜ਼ ਕਨਵੀਨੀਅੰਟ ਟੂ ਦੋਜ਼ ਹੂ ਇੰਟਰੈਕਟ ਵਿਦ the office people and also adds to the prestige of the firm. Layout of the office should be carefully designed so that there are adequate arrangements for lighting, ventilation, etc. and the available space should be used to the fullest possible extent. ਕਹਿੰਦੇ ਆ ਕਿ ਆਫਿਸ ਦੀ ਲੋਕੇਸ਼ਨ ਇੱਦਾਂ ਦੀ ਹੋਣੀ ਚਾਹੀਦੀ ਆ। ਸਕੋਪ ਇੱਕ ਹੋਰ ਆਫਿਸ ਮੈਨੇਜਮੈਂਟ ਦਾ ਕਿ ਆਫਿਸ ਇੰਨਾ ਕੁ ਵਾਈਡ ਹੋ ਸਕਦਾ ਵਾ ਕਿ ਫਸਟ ਆਫ ਆਲ ਆਫਿਸ ਦੇ ਵਿੱਚ ਕੰਟਰੋਲ ਹੋਣਾ ਚਾਹੀਦਾ। ਕੰਟਰੋਲ ਵੀ ਵਰਕਰਸ ਕਰਨਗੇ, ਠੀਕ ਆ, ਰਿਕਾਰਡ ਵੀ ਕੌਣ ਕਰਨਗੇ, ਵਰਕਰਸ ਕਰਨਗੇ, ਠੀਕ ਆ, ਅਤੇ ਵੀ ਤੁਸੀਂ ਰਿਕਾਰਡ ਵੀ ਕਰ ਸਕਦੇ ਹੋ ਆਫਿਸ ਮੈਨੇਜਮੈਂਟ ਦੇ ਵਿੱਚ। ਕਮਿਊਨੀਕੇਸ਼ਨ ਦਾ ਵੀ ਤੁਹਾਡੇ ਕੋਲ ਇੱਕ ਹੋਣਾ ਚਾਹੀਦਾ ਡਿਪਾਰਟਮੈਂਟ, ਇੱਕ ਆਫਿਸ ਔਰਗਨਾਈਜੇਸ਼ਨ ਦਾ ਵੀ ਐਂਡ ਫਰਨੀਚਰ ਵਾਲਿਆਂ ਦਾ ਵੀ ਡਿਪਾਰਟਮੈਂਟ ਹੋਣਾ ਚਾਹੀਦਾ ਕਿ ਜਿਹੜੇ ਇਹ ਦੇਖ ਸਕਣ ਕਿ ਫਰਨੀਚਰ ਅਪਰੋਪ੍ਰੀਏਟ ਹੈਗਾ ਕਿ ਨਹੀਂ ਹੈਗਾ। ਸਿਸਟਮ ਵਾਲੇ ਵੀ ਹੋਣੇ ਚਾਹੀਦੇ ਤੁਹਾਡੇ ਕੋਲ। ਐਂਡ ਨੈਕਸਟ ਵਨ ਇਜ਼ ਦੈਟ ਲੋਕੇਸ਼ਨ, ਕਹਿੰਦੇ ਕਿ ਤੁਹਾਡਾ ਬਿਜ਼ਨਸ ਤਾਂ ਹੀ ਵਾਈਡ ਹੋ ਸਕਦਾ ਵਾ ਜਦੋਂ ਤੁਹਾਡੇ ਕੋਲ ਇੱਦਾਂ ਦੀ ਲੋਕੇਸ਼ਨ ਹੋਊਗੀ ਕਿ ਜਿੱਥੇ ਹਰ ਕੋਈ ਵਿਜ਼ਿਟ ਕਰ ਸਕੇ। ਜੇ ਦੇਖੋ ਹੁਣ ਬੱਚੇ ਇੱਕ ਪਿੰਡ 'ਚ ਆਫਿਸ ਬਣਿਆ ਜਾਂ ਇੱਕ ਸ਼ਹਿਰ 'ਚ ਬਣਿਆ ਤਾਂ ਜ਼ਿਆਦਾਤਰ ਲੋਕ ਕਿੱਥੇ ਜ਼ਿਆਦਾ ਵਿਜ਼ਿਟ ਕਰਨਗੇ, ਓਬਵੀਅਸਲੀ ਆਫਿਸ ਸ਼ਹਿਰ ਵਾਲੇ 'ਚ ਕਰਨਗੇ ਕਿਉਂਕਿ ਉੱਥੇ ਲੋਕ ਜ਼ਿਆਦਾ ਪੈਂਦੇ ਉਹਨਾਂ ਨੂੰ। ਪਿੰਡ ਵਿੱਚ 100 ਬੰਦਾ ਜਾਂ 200 ਬੰਦਾ ਸਿਰਫ ਉਹੀ ਜਾਣਗੇ, ਹੈ ਨਾ, ਅਤੇ ਸ਼ਹਿਰ ਦੇ ਵਿੱਚ ਤਾਂ ਲੱਖਾਂ ਦੁਨੀਆ ਜਾਂਦੀ ਆ। ਦੈਟ ਮੀਨਸ ਕਿ ਉਹ ਆਫਿਸ ਵੀ ਸਟੈਬਲਿਸ਼ ਉੱਥੇ ਹੋਣਾ ਚਾਹੀਦਾ ਜਿੱਥੇ ਦੁਨੀਆ ਜ਼ਿਆਦਾ ਜਾਂਦੀ ਹੋਵੇ। ਸੋ ਕਹਿੰਦੇ ਕਿ ਤੁਹਾਡਾ ਆਫਿਸ ਦਾ ਲੇਆਊਟ ਜਾਂ ਆਫਿਸ ਦੀ ਜਿਹੜੀ ਲੋਕੇਸ਼ਨ ਉਹ ਇੱਦਾਂ ਦੀ ਹੋਣੀ ਚਾਹੀਦੀ ਜਿੱਥੇ ਹਰ ਕੋਈ ਈਜ਼ਲੀ ਜਾ ਸਕੇ, ਠੀਕ ਹੈ। ਨੈਕਸਟ ਵਨ ਇਜ਼ ਦੈਟ ਪਰਸਨਲ ਹਿਊਮਨ ਰਿਸੋਰਸਿਸ ਮੈਨੇਜਮੈਂਟ, ਪਰਸਨਲ ਦਾ ਡਿਪਾਰਟਮੈਂਟ ਵੀ ਹੋਣਾ ਚਾਹੀਦਾ। ਹਿਊਮਨ ਰਿਸੋਰਸ ਦਾ ਮਤਲਬ ਇੰਪਲੋਇਜ਼ ਦਾ ਡਿਪਾਰਟਮੈਂਟ। ਦਿਸ ਫੰਕਸ਼ਨ ਆਫ ਆਫਿਸ ਮੈਨੇਜਮੈਂਟ ਇਜ਼ ਰਿਲੇਟਡ ਵਿਦ ਦ ਮੈਨੇਜਮੈਂਟ ਆਫ ਹਿਊਮਨ ਰਿਸੋਰਸਿਸ ਰਾਈਟ ਫਰੋਮ ਦ ਟਾਈਮ ਆਫ ਦ ਸਿਲੈਕਸ਼ਨ ਐਂਡ ਪਲੇਸਮੈਂਟ ਆਫ ਦੇਅਰ ਟ੍ਰੇਨਿੰਗ, ਰੈਮੂਨੇਸ਼ਨ, ਪ੍ਰਮੋਸ਼ਨ, ਟ੍ਰਾਂਸਫਰ, ਕੈਰੀਅਰ ਪਲੈਨਿੰਗ, ਰਿਟਾਇਰਮੈਂਟ ਐਟਸੈਟਰਾ। ਦਿਸ ਇਨਕਲੂਡਸ ਮੈਟਰਸ ਕੰਸਰਨ ਵਿਦ ਫਿਕਸੇਸ਼ਨ ਆਫ ਸੈਲਰੀਜ਼, ਇੰਪਲੀਮੈਂਟੇਸ਼ਨ ਆਫ ਵੇਰੀਅਸ ਪਰਸਨਲ ਪੋਲਿਸੀਜ਼, ਨੈਗੋਸੀਏਸ਼ਨਸ ਵਿਦ ਦ ਟ੍ਰੇਡ ਯੂਨੀਅਨਸ ਐਟਸੈਟਰਾ। ਕਹਿੰਦੇ ਇਹਦੇ ਵਿੱਚ ਕੀ ਹੁੰਦਾ ਵਾ, ਇਹਦੇ ਵਿੱਚ ਕੀ ਹੁੰਦਾ ਵਾ ਕਿ ਹਿਊਮਨ ਰਿਸੋਰਸ ਮੈਨੇਜਮੈਂਟ ਦੇ ਵਿੱਚ ਕੀ ਹੁੰਦਾ ਵਾ ਕਿ ਇਹ ਉਹ ਵਾਲਾ ਡਿਪਾਰਟਮੈਂਟ ਆ ਆਫਿਸ ਮੈਨੇਜਮੈਂਟ ਦੇ ਅੰਡਰ, ਉਹ ਵਾਲਾ ਡਿਪਾਰਟਮੈਂਟ ਆ ਕਿ ਜਿਹੜਾ ਇਹ ਦੇਖਦਾ ਵਾ ਕਿ ਕਿੰਨੇ ਲੋਕ ਹਾਇਰ ਕਰਨੇ ਆ, ਠੀਕ ਹੈ, ਐਂਡ ਉਹਨਾਂ ਨੂੰ ਕਿੱਦਾਂ ਉਹਨਾਂ ਦੀ ਸਿਲੈਕਸ਼ਨ ਕਰਨੀ ਹੈ ਐਂਡ ਉਹਨਾਂ ਨੂੰ ਕਿੰਨੀ ਸੈਲਰੀ ਦੇਣੀ ਹੈ, ਸਾਰਾ ਕੁਝ ਕੌਣ ਕਰਦਾ ਵਾ, ਪਰਸਨਲ ਡਿਪਾਰਟਮੈਂਟ। ਹੁਣ ਦੇਖੋ ਸਕੋਪ ਕਿੰਨਾ ਵੱਧ, ਆਫਿਸ ਨੂੰ ਮੈਨੇਜ ਕਰਨ ਲਈ ਹੀ ਕਿੰਨੇ ਡਿਪਾਰਟਮੈਂਟਸ ਦੀ ਹੋਰ ਲੋੜ ਪੈਂਦੀ ਆ, ਠੀਕ ਆ। ਸਾਰੇ ਡਿਪਾਰਟਮੈਂਟਸ ਆ ਜਿਹੜੇ ਇਹ ਸਾਰਾ ਕੁਝ ਦੇਖਦੇ ਆ ਐਂਡ ਇਹਦੇ ਅੰਦਰ ਦੇਖੋ ਕਿ ਆਪਣਾ ਆਫਿਸ ਮੈਨੇਜਮੈਂਟ ਕਿੰਨਾ ਜ਼ਿਆਦਾ ਵਾਈਡ ਆ। ਸੋ ਦੈਟਸ ਆਲ ਫॉर ਟੂਡੇ ਬੱਚੇ, ਥੈਂਕਸ।